बिस्मिल्लाहिर्रहमानिर्रहीम अस्सलामुअलैकुम दोस्तों, क्या हाल चाल है। मैं उम्मीद करता हूँ कि मेरे तमाम दोस्त खैरियत से होंगे। मैं तारक चौधरी। अच्छा, अज मैं लैके आया कि ये ना मेरे चक दे बंदे ने, इत्थे ही ये जम्मे पले ने ते जवान होए ने ते शुरू तो ही बकरियां चरा रहे ने। ते हुण अजकल कपावां दा सीज़न है कटाई दा, ते कपावां शपावां सारियां कट हो रही ने। ते इन्हां नाल गलबात करांगे। तुसी सिर्फ ਜਿਹੜੇ ਬੰਦੇ ਸਾਨੂੰ ਸੁਣ ਰਹੇ ਨੇ, ਤੁਸੀਂ ਇਹ ਦੇਖਣਾ ਕਿ ਤੁਹਾਨੂੰ ਫਾਇਦਾ ਕਿਹੜੇ ਕੰਮ 'ਚ, ਚਰਾਉਣ ਦੇ ਵਿੱਚ, ਬੱਕਰੀਆਂ ਦੇ ਕਾਰੋਬਾਰ ਦੇ ਵਿੱਚ ਤੁਹਾਨੂੰ ਮੁਨਾਫਾ ਨਜ਼ਰ ਆ ਰਿਹਾ, ਜਾਂ ਜਿਹੜੇ ਅੱਜ ਕੱਲ੍ਹ ਹਾਈਟੈਕ ਔਰ ਜਦੀਦ ਫਾਰਮਿੰਗ ਆ ਰਿਹਾ ਔਰ ਵਨ ਸਵੰਨੀਆਂ ਬੱਕਰੀਆਂ, ਵਨ ਸਵੰਨੇ ਸ਼ੈੱਡ ਦਿਖਾ ਰਹੇ ਨੇ। ਤੁਸੀਂ ਇਹ ਫੈਸਲਾ ਕਰਨਾ ਕਿ ਨਫਾ ਕਿਹੜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ। ਇਹਨਾਂ ਨਾਲ ਮੈਂ ਥੋੜ੍ਹੀ ਤਫਸੀਲਾਂ ਹੀ ਗੱਲ ਕਰਾਂਗਾ। दूजे नंबर के उत्ते इन्हां दे कोल जिहड़ी नस्ल आ उह ते गल होएगी। अस्सलाम वालेकुम। वालेकुम सलाम। कुछ नहीं भाई। नाम की तुहाडा? हसन। हाँ हसन भाई, भाई शौके दे तुसी बेटे हो? नहीं जी, सदीक शेख दा बेटा। अच्छा, सदीक शेख दा बेटा। इधर कैमरे लिए देख के गल करो तुसी। ये साडे इन्हां दे ना जिहड़े वालिद साहब ने वो साडे चक दे ने सारे। इन्हां दा मतलब दादका इत्थों दा ही है। ते तुहानू कितनी देर हो गई बकरियां चराउंदियां नू? तकरीबन 10 साल हो गए। यानी कि शुरू तो बकरियां चराइयां? हाँ जी। सही हो गया। ये कितनियां बकरियां तुहाडे कोल इस टाइम? 10-12 बकरियां ते 20-25 भेडां। भेडां ज़्यादा वा? बकरियां थोड़ा। ਉਹਦੀ ਕੀ ਵਜ੍ਹਾ ਵਾ? ਭੇਡਾਂ ਤੁਸੀਂ ਕਿਉਂ ਜ਼ਿਆਦਾ ਰੱਖੀਆਂ? ਭੇਡ ਦੇ ਵਿੱਚ ਤੁਹਾਨੂੰ ਨਫਾ ਜ਼ਿਆਦਾ ਲੱਗਦਾ ਵਾ, ਬੱਕਰੀ 'ਚ ਨਫਾ ਘੱਟ ਲੱਗਦਾ? ਨਫਾ ਦੋਵਾਂ 'ਚ ਵੀ ਠੀਕ ਆ, ਲੇਕਿਨ ਚਾਰਾ ਇਹਦਾ ਸੌਖਾ ਵਾ ਭੇਡ ਦਾ। ਬੱਕਰੀ ਦਾ ਚਾਰਾ ਥੋੜਾ ਜਿਹਾ ਔਖਾ। ਬੱਕਰੀ ਜਿਹੜੀ ਆ ਉਹ ਖਾਣ ਨੂੰ ਚੰਗੀ ਖੁਰਾਕ ਮੰਗਦੀ ਆ, ਭੇਡ ਸੁੱਕੇ ਦੇ ਵੀ ਉਹ ਗੁਜ਼ਾਰਾ ਕਰ ਜਾਂਦੀ। ਹਾਂਜੀ, ਕਰ ਜਾਂਦੀ, ਸੁੱਕੇ ਤੇ ਵੀ ਗੁਜ਼ਾਰਾ ਕਰਦੀ। ਸਾਡਾ ਇਲਾਕਾ ਬੇਸਿਕ ਜਿਹੜਾ ਨਾ ਉਹ ਚੋਲਿਸਤਾਨ ਨਾਲ ਰਿਲੇਟਡ ਆ। ਸਾਡੇ ਬੈਕ ਸਾਈਡ ਦੇ ਉੱਤੇ ਸਾਰਾ ਹੀ ਚੋਲਿਸਤਾਨ ਪਿਆ, ਟੋਟਲ ਕਰਾਚੀ ਤੱਕ, ਇੱਧਰੋਂ ਇੰਡੀਆ ਤੱਕ। ਤੇ ਅੱਛਾ, ਜਦੋਂ ਤੁਸੀਂ ਨਾ ਆ ਹੁਣ ਤੇ ਇੱਥੇ ਆਪਣੇ ਕੋਲ ਘਾਹ ਔਰ ਕਪਾਵਾਂ ਦੀ ਕਟਾਈ ਵਗੈਰਾ ਹੋ ਰਹੀ ਆ, ਜਦੋਂ ਇਹ ਸਾਰਾ ਖਤਮ ਹੋ ਜਾਂਦਾ ਫਿਰ ਤੁਸੀਂ ਆਪਦੀਆਂ ਭੇਡਾਂ ਨੂੰ ਤੇ ਬੱਕਰੀਆਂ ਨੂੰ ਖੁਰਾਕ ਤੇ ਪਾਲਦੇ ਹੋ ਘਰ ਦੇ ਵਿੱਚ, ਜਾਂ ਫਿਰ ਵੀ ਚਰਾਈ ਲਈ ਲੈ ਕੇ ਜਾਂਦੇ ਹੋ? ਚਰਾਈ ਲਈ ਲੈ ਕੇ ਜਾਂਦੇ ਆ। ਕੋਈ ਰੁੱਖ ਲੱਭ ਗਿਆ ਬਾਹਰ, ਰੁੱਖ ਚਾਰ ਲਿਆ, ਬਾਹਰ ਕੋਈ ਖਾਲਾ ਬੰਨਾ ਲੱਭ ਗਿਆ ਘਾਹ ਵਾਸਤੇ, ਬਸ। ਸਹੀ ਆ। ਯਾਨੀ ਕਿ ਮੈਂ ਸਮਝਾਂ ਸਾਰਾ ਸਾਲ ਤੁਸੀਂ ਚਰਾਉਣਾ ਹੀ ਆ? ਹਾਂਜੀ, ਚਰਾਉਣਾ ਹੀ ਆ। ਇਹ ਸਾਰਾ ਸਾਲ ਚਰਾਈ ਕਰਦੇ ਆ ਜੀ। ਤੇ ਵੰਡਾ ਜਾਂ ਘਰੇ ਤੁਸੀਂ ਕੋਈ ਹਰੇ ਪੱਠਿਆਂ ਦਾ ਬੰਦੋਬਸਤ, ਜਾਂ ਕੋਈ ਤੂੜੀ ਦਾ, ਜਾਂ ਕੋਈ ਗਵਾਰੇ ਦਾ ਕੁੱਟਲ, ਜਾਂ ਮੂੰਗੀ ਦਾ? ਜਦੋਂ ਥੋੜੀ ਜਿਹੀ ਤੰਗੀ ਹੁੰਦੀ ਸਰਦੀਆਂ ਦੇ ਵਿੱਚ ਆ ਕੇ ਉਦੋਂ ਪਾਈਦਾ, ਪੱਠੇ ਵੀ ਪਾਈਦੇ, ਗਵਾਰਾ ਵੀ ਪਾਈਦਾ, ਜਿਹੜੀ ਸ਼ੈ ਲੱਭ ਜੇ। ਅੱਛਾ, ਜਿਹੜੀ ਸ਼ੈ ਲੱਭ ਜਾਵੇ। ਯਾਨੀ ਕਿ ਜਦੋਂ ਬਿਲਕੁਲ ਹੀ ਫਾਰਗ ਹੋ ਗਿਆ, ਬਾਹਰ ਕੋਈ ਚੀਜ਼ ਨਹੀਂ ਹੈ, ਉਸ ਟਾਈਮ ਫੇਰ ਉਸ ਟਾਈਮ ਦੇਣਾ। ਸਹੀ ਆ। ਤੇ ਭੇਡ ਦੇ ਵਿੱਚ ਅਗਰ ਆਪਣੇ ਕੋਲ ਇੱਕ ਬੱਕਰੀ ਹੋਵੇ, ਇੱਕ ਭੇਡ ਹੋਵੇ, ਜ਼ਿਆਦਾ ਮੁਨਾਫਾ ਤੂੰ ਕਿਹਦੇ 'ਚ ਦੇਖ ਰਿਹਾ? ਅਗਰ ਆਪਣੇ ਕੋਲ ਪੱਠੇ ਵੀ ਸਾਰਾ ਸਾਲ ਹੀ ਹੋਣ ਤੇ ਫਿਰ ਤੁਸੀਂ ਕਿਹਦੇ 'ਚ ਮੁਨਾਫਾ ਦੇਖਦੇ ਹੋ ਕਿ ਭੇਡ ਨੂੰ ਪਾਲਣਾ ਫਿਰ ਮੁਨਾਸਬ ਹੈ ਜਾਂ ਬੱਕਰੀ ਨੂੰ? ਅਗਰ ਦੇਸੀ ਬੱਕਰੀ ਹੋਵੇ, ਖਾਸ ਦੇਸੀ ਹੋਵੇ, ਤੇ ਉਹ ਭੇਡ ਨਾਲ ਵੀ ਵੱਧ ਜਾਂਦੀ ਹੈ। ਅਗਰ ਦੋਗਲੀ ਹੋਵੇ ਤੇ ਭੇਡ ਨਾਲੋਂ ਭੇਡ ਦੇ ਬਰਾਬਰ ਹੀ ਚੱਲਦੀ। ਅੱਛਾ, ਦੋਗਲੀ ਬੱਕਰੀ ਭੇਡ ਦੇ ਬਰਾਬਰ, ਲੇਕਿਨ ਜਿਹੜੀ ਦੋਗਲੀ ਬੱਕਰੀ ਆ ਉਹ 2-2 ਬੱਚੇ ਦੇ ਦਿੰਦੀ, 3 ਵੀ ਦੇ ਦਿੰਦੀ, ਭੇਡ ਜ਼ਿਆਦਾਤਰ ਇੱਕ ਦਿੰਦੀ। ਹਾਂਜੀ, ਬਰਾਬਰ ਹੀ ਹੁੰਦੀ ਜੋ ਵੀ ਹੋਵੇ। ਫਿਰ ਬੱਕਰੀ ਦਾ ਰੇਟ ਵੀ ਜ਼ਿਆਦਾ ਗੋਸ਼ਤ ਦਾ, ਭੇਡ ਦਾ ਰੇਟ ਘੱਟ ਹੈਗਾ? ਭੇਡ ਦਾ ਘੱਟ ਵਾ, ਗੋਸ਼ਤ ਦਾ, ਬੱਕਰੀ ਦਾ ਜ਼ਿਆਦਾ। ਤੇ ਫਿਰ ਉਹ ਬਰਾਬਰੀ ਕਿਸ ਤਰੀਕੇ ਨਾਲ? ਫਰਜ਼ ਕਰੋ ਦੋਵੇਂ ਇੱਕ ਵੀ ਦੇ ਰਹੀਆਂ, ਰੇਟਾਂ 'ਚ ਫਰਕ ਆ ਰਿਹਾ, ਤੇ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਕਿ ਭੇਡ ਬਿਹਤਰ ਆ? ਭੇਡ ਇਸ ਤਰ੍ਹਾਂ ਬਿਹਤਰ ਆ ਕਿ ਉਹ ਵਿਕਦੀ ਥੋੜ੍ਹੀ ਜਿਹੀ ਜ਼ਿਆਦਾ ਵਾ, ਗੋਸ਼ਤ ਵੀ ਜਿੱਦਾਂ ਵੀ ਹੈ, ਲੇਕਿਨ ਇਹਦੇ ਲੈਣ ਵਾਲੇ ਜਿਹੜੇ ਰਾਖੂ ਆ ਉਹ ਖੁਸ਼ ਹੋ ਕੇ ਲੈਂਦੇ। ਤੁਹਾਡੇ ਕੋਲ ਭੇਡ ਕਿਹੜੀ ਨਸਲ ਦੀ ਹੈ? ਆਪਣੇ ਕੋਲ ਜੀ ਦੂਸਰੀ ਆ, ਕਟਾਰੀ ਭੇਡ, ਜਿਹੜੀ ਆਪਣੇ ਰੋਈ ਦੀ, ਚੋਲਿਸਤਾਨ ਦੀ। ਹਾਂਜੀ, ਸਹੀ ਹੋ ਗਿਆ। ਤੇ ਬੱਕਰੀ ਕਿਹੜੀ ਨਸਲ ਦੀ ਤੁਹਾਡੇ ਕੋਲ? ਬੱਕਰੀ ਦੋਵੇਂ ਆ, ਖਾਸ ਦੇਸੀ ਵੀ ਆ, ਦੋਗਲੀ ਵੀ ਹੈ। ਹਾਂਜੀ। ਜਿਹੜੀ ਖਾਸ ਦੇਸੀ ਨਸਲ ਦੀ ਹੈ ਉਹ ਕਿਹੜੀ, ਮੱਖੀ ਚੀਨੀ ਆ ਜਾਂ ਕੋਈ ਹੋਰ ਨਸਲ? ਮੱਖੀ ਚੀਨੀ, ਖੱਟੀ ਚੀਨੀ ਬੱਕਰੀ ਆ। ਵੈਸੇ ਇੱਕ ਗੱਲ ਆ, ਖੱਟੀ ਚੀਨੀ ਬੱਕਰੀ ਜਿਹੜੀ ਹੈ ਨਾ, ਮਦਰਸਾ ਦੀ ਜਿਹੜੀ ਨਸਲ ਆ, ਇਹਨੇ ਪਾਕਿਸਤਾਨ 'ਚ ਆਪਣੀ ਬੜੀ ਮਜ਼ਬੂਤ ਜਗ੍ਹਾ ਬਣਾਈ ਆ। ਜਿਹੜੇ ਸ਼ਹਿਰ ਦੇਖੋ, ਕਰਾਚੀ, ਲਾਹੌਰ, ਇਸਲਾਮਾਬਾਦ, ਜੇਲਮ, ਸਿਆਲਕੋਟ, ਫੈਸਲਾਬਾਦ, KPK, ਬਲਕਿ ਬਲੋਚਿਸਤਾਨ ਦੇ ਵਿੱਚ ਵੀ ਲੋਕ ਜਿਹੜੀ ਆ ਉਹ ਚਾਰਾਂ ਸੂਬਿਆਂ ਦੇ ਵਿੱਚ ਨਾ ਇਸ ਬੱਕਰੀ ਦੇ ਉੱਪਰ ਕੰਮ ਕਰ ਰਹੇ ਨੇ ਕਿ ਮੀਟ ਅੱਛਾ ਦੇ ਰਹੀ। ਅੱਛਾ, ਇਹ ਦੱਸੋ ਤੁਹਾਡੀ ਭੇਡ ਦੁੱਧ ਕਿੰਨਾ ਦੇ ਰਹੀ ਹੈ? ਭੇਡ ਤਕਰੀਬਨ 1.5 ਕਿਲੋ। 2 ਟਾਈਮਾਂ ਦਾ? ਇੱਕ ਟਾਈਮ ਦਾ। ਨਹੀਂ ਯਾਰ, ਇੰਨਾ ਕਟਾਰੀ ਦਾ ਕਿੱਥੋਂ ਦੁੱਧ ਹੋ ਜਾਂਦਾ ਹੁਣ? ਚਰਨ ਵਾਲੀ ਦਾ ਹੁੰਦਾ ਜੀ, ਹੁੰਦਾ ਵੱਡੀਆਂ ਭੇਡਾਂ ਦਾ। ਅੱਛਾ, ਯਾਨੀ ਕਿ ਇੱਕ ਟਾਈਮ ਦਾ ਕਿਲੋ ਦੁੱਧ ਦੇ ਜਾਂਦੀ। ਤੇ ਬੱਕਰੀ ਕਿੰਨਾ ਦੇ ਜਾਂਦੀ? ਬੱਕਰੀ ਵੀ ਇੰਨਾ ਕੀ ਦਿੰਦੀ, 2 ਕਿਲੋ ਕਰ ਲਓ।
ਦੋ ਟਾਈਮਾਂ ਦਾ? एक ਇੱਕ ਟਾਈਮ ਦਾ? एक टाइम बकरी चंगी है। ਅੱਛਾ, ਚੰਗੀਆਂ ਬੱਕਰੀਆਂ ਹੈਗੀਆਂ। ਮੈਂ ਬੱਕਰੀਆਂ ਵੀ ਤੁਹਾਨੂੰ ਦਿਖਾਉਣਾ ਇਹਨਾਂ ਦੀਆਂ, ਜਿਨ੍ਹਾਂ ਦਾ ਇਹ ਦੱਸ ਰਿਹਾ 2-2 ਕਿਲੋ ਦੁੱਧ ਤੇ ਕਿਲੋ ਦੁੱਧ। ਭੇਡਾਂ ਵੀ ਮੈਂ ਤੁਹਾਨੂੰ ਚੈੱਕ ਕਰਾਉਣਾ ਨਾਲ। ਅੱਛਾ, ਤੇ ਦੂਸਰੇ ਨੰਬਰ ਤੇ ਤੁਹਾਡੇ ਕੋਲ ਹੁਣ ਇਸ ਟਾਈਮ ਕਿੰਨੀਆਂ ਬੱਕਰੀਆਂ ਦੱਸੀਆਂ? 10-12 बकरियां भी 25। ਕਿੰਨੀਆਂ ਬੱਕਰੀਆਂ ਤੇ ਕਿੰਨੀਆਂ, ਜਦੋਂ ਤੁਸੀਂ ਸ਼ੁਰੂ ਕੀਤਾ ਸੀ 10 ਸਾਲ ਪਹਿਲੇ ਇਹ ਕੰਮ, ਉਦੋਂ ਤੁਹਾਨੂੰ ਕਿੰਨੀਆਂ ਭੇਡਾਂ ਮਿਲੀਆਂ ਸੀ ਤੇ ਕਿੰਨੀਆਂ ਬੱਕਰੀਆਂ ਮਿਲੀਆਂ ਸੀ ਜਿਨ੍ਹਾਂ ਤੋਂ ਤੁਸੀਂ ਇਹ ਸ਼ੁਰੂ ਕੀਤਾ ਸੀ? एक बकरी सी एक बकरा सी। एक बकरी मगर छेड़िया सी जी। ਇੱਕ ਬੱਕਰੀ ਤੋਂ? हाँ जी। ਤੇ ਭੇਡਾਂ ਕਿੰਨੀਆਂ ਸੀ? भेडां बाद 2 साल बाद बनाइया। एक भेड़ भी एक ही सी, एक लई सी। ਅੱਛਾ ਜੀ, 10 ਸਾਲ ਪਹਿਲੇ ਬੰਦੇ ਨੇ ਕੰਮ ਸ਼ੁਰੂ ਕੀਤਾ, ਇੱਕ ਬੱਕਰੀ ਤੇ ਇੱਕ ਬੱਕਰਾ। हाँ जी। ਫਿਰ 2 ਸਾਲ ਗੁਜ਼ਰੇ ਤੇ ਫਿਰ ਉਹਨੇ ਇੱਕ ਭੇਡ ਲੈ ਲਈ ਤੇ ਨਾਲ ਛਤਰਾ ਲਿਆ। हाँ जी। ਤੇ कल्ली भेड़ ही लई सी। ਅੱਛਾ, ਕੱਲੀ ਭੇਡ ਲਈ ਤੇ ਉਹਨੂੰ ਭੇਡ ਕ੍ਰਾਸ ਲਈ ਕਿੱਥੋਂ ਸੀ। ਕਰਵਾਇਆ? क्रास इत्थे शौके कोलों जी इत्थों। अच्छा, अच्छा। ਅੱਛਾ, ਇਹ ਹੁਣ ਹਾਂਜੀ। ਤੁਹਾਡਾ ਕੱਲਿਆਂ ਦਾ ਹੀ ਮਾਲ ਆ? हाँ जी, कल्याण दा ही माशाल्लाह। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਹੁਣ ਇਹ ਇਸ ਟਾਈਮ ਟੋਟਲ ਬੱਕਰੀਆਂ 12 ਦੱਸੀਆਂ हाँ जी। ਤੇ ਭੇਡਾਂ ਕਿੰਨੀਆਂ? 25 ला 25 ਹੈ ਜੀ। 12 दूना 24, 12 30 36 37 ਨਗ ਨੇ ਟੋਟਲ ਤਕਰੀਬਨ ਇਹਨਾਂ ਦੇ ਕੋਲੇ। खर्चा भी इन्हां च घर दा ही टोरदे जी। ਘਰ ਦਾ ਸਾਰਾ ਖਰਚਾ, ਯਾਨੀ ਕਿ ਜਿਹੜਾ ਤੁਹਾਡਾ ਕਿਚਨ ਦਾ ਖਰਚਾ, ਖਾਣਾ ਪੀਣਾ, ਕੱਪੜਾ, ਦਵਾਈ, ਲੀਰਾ ਲੱਤਾ, ਸਾਰਾ ਇੱਥੋਂ ਚੱਲਦਾ। हाँ इत्थों ही। ਔਰ ਮਾਲ ਵੱਧ? भी रखी सी। ਅੱਛਾ, ਵਾਈ ਦਾ ਵੀ ਇਹਦੇ ਵਿੱਚੋਂ ਕਰ ਰਹੇ? नहीं वाई दा मेरा भाई करदा। ਤੇ ਜਿਹੜਾ ਤੁਸੀਂ ਘਰ ਬਣਾਇਆ ਉਹ ਵੀ ਇਹਨਾਂ ਦੇ ਵਿੱਚੋਂ ਹੀ ਬਣਾਇਆ? उन्हां दे विच बनाया जी। ਜਿਹੜਾ ਘਰ ਬਣਾਇਆ? हाँ जी। ਮਾਸ਼ਾਅੱਲਾ ਜੀ, ਬੜੀ ਜ਼ਬਰਦਸਤ ਕਮਾਈ ਹੈ ਬੰਦੇ ਦੀ। ਔਰ ਬੰਦੇ ਨੇ ਬਹੁਤ ਥੋੜੇ ਜਿਹੇ ਮਿਨੀਮਮ ਤੋਂ ਸ਼ੁਰੂ ਕੀਤਾ, ਇੱਥੋਂ ਸ਼ੁਰੂ ਕੀਤਾ ਉਹਨਾਂ ਨੇ। ਠੀਕ ਆ, ਮੈਨੂੰ ਇਹਨਾਂ ਆਈਡੀਆ ਨਹੀਂ ਸੀਗਾ ਕਿ ਇਹਨਾਂ ਨੇ ਇੱਕ ਹੀ ਬੱਕਰੀ ਤੋਂ ਸ਼ੁਰੂ ਕੀਤਾ। 5 डंगर भी बनाए गाइयां दे इन्हां दे विच। ਉਹ ਗਾਈਆਂ ਕਿੱਥੇ ਆ? घरे जी। ਅੱਛਾ ਜੀ, 5 ਗਾਈਆਂ ਵੀ ਬਣਾਈਆਂ ਨੇ। ਛੋਟੇ ਵੱਡੇ ਬੱਚੇ ਪਾ ਕੇ ਗਾਈਆਂ ਨੇ ਜਾਂ ਬੱਚੇ ਗਾਈਆਂ ਦੇ ਅਲੱਗ ਨੇ? 3 एक 2 ਵੱਡੀਆਂ ਗਾਵਾਂ ਨੇ, 2 ਉਹਨਾਂ ਦੇ ਮਗਰ ਬੱਚੇ ਨੇ, ਇੱਕ ਵੈੜ। ਅੱਛਾ, ਟੋਟਲ 5 ਜਾਨਵਰ ਨੇ? ਟੋਟਲ 5 ਜਾਨਵਰ। ਟੋਟਲ 5। ਇਹਦੇ ਬੱਕਰੀਆਂ ਦੇ ਬੱਚੇ ਬੁੱਚੇ ਵਿੱਚ ਪਾ ਕੇ ਤੁਸੀਂ ਦੱਸਿਆ ਜਾਂ ਬੱਚੇ ਅਲੱਗ ਨੇ? ਬੱਚੇ ਅਲੱਗ ਨੇ। ਉਹ ਬੱਚੇ ਨਾਲ ਲੈ ਕੇ ਆਏ ਕਿ ਨਹੀਂ? ਘਰੇ ਵੀ ਹੈਗੇ 4-5 ਬੱਚੇ ਘਰੇ ਬਾਕੀ। ਅੱਛਾ, ਇਹ ਦੱਸੋ ਕਿ ਤੁਸੀਂ ਇਹਨਾਂ ਨੂੰ ਦਵਾਈਆਂ ਜਿਹੜੀਆਂ ਹੁੰਦੀਆਂ, ਵੈਕਸੀਨਾਂ, ਸ਼ਾਇਦ ਨਾਮ ਤੁਹਾਨੂੰ ਪਤਾ ਹੋਵੇ, PPR ਹੋ ਗਈ, ਉਹ ਇੱਕ ਆਂਥੜੀਆਂ ਦੀ ਜ਼ਹਿਰ ਦੀ ਬਿਮਾਰੀ, ਪਿੱਤੇ ਦੀ ਜਿਹਨੂੰ ਕਹਿੰਦੇ ਆ, ਪਿੱਤੇ ਵਾਲੀ ਵੀ ਕਰਾਈ ਹੋਈ ਵੈਕਸੀਨ, ਸਾਰੀਆਂ ਕਰਾਈਆਂ ਹੋਈਆਂ ਵੈਕਸੀਨ। ਕੌਣ ਕਰਦਾ ਵੈਕਸੀਨ? ਆਪਣੇ ਸ਼ਹਿਰ ਵਾਲੇ ਡਾਕਟਰ ਕਰਦੇ। ਸਰਕਾਰੀ? ਹਾਂਜੀ ਸਰਕਾਰੀ। ਪੈਸੇ ਵੀ ਲੈਂਦੇ ਤੁਹਾਡੇ ਕੋਲੋਂ? ਨਹੀਂ ਸਰਕਾਰੀ ਉਹਦੇ ਮੁਕਤੀ। ਮੁਫਤੀ ਕਰਦੇ? ਹਾਂਜੀ। ਤੁਹਾਡੇ ਘਰ ਆ ਕੇ ਕਰਦੇ ਆ? ਉਹਨਾਂ ਨੂੰ ਪਤਾ ਵੀ ਤੁਹਾਡੇ ਕੋਲ ਇੱਥੇ ਮਾਲ ਆ ਜਾਂ ਤੁਹਾਨੂੰ ਲੱਭਦੇ ਮਗਰ ਜਾ ਕੇ? ਨਹੀਂ, ਉਹਨਾਂ ਨੂੰ ਪਤਾ ਵੀ ਇੱਥੇ ਮਾਲ ਹੁੰਦੇ ਆ, ਉਹ ਹਰ ਸਾਲ ਹੀ ਜਾਂਦੇ। ਹਾਂ, ਹਰ ਸਾਲ ਕਰਕੇ ਜਾਂਦੇ ਦਾ। ਅੱਛਾ, ਮੁਫਤ ਕਰਕੇ ਜਾਂਦੇ ਜੀ, ਇਹ ਬੜੀ ਗੱਲ ਆ। ਤੇ ਕਦੀ ਕੋਈ ਨੁਕਸਾਨ ਹੋਇਆ ਹੋਵੇ ਤੁਹਾਡਾ ਬਹੁਤ ਜ਼ਿਆਦਾ, ਤੁਸੀਂ ਸੋਚਿਆ ਹੋਵੇ ਕਿ ਯਾਰ ਤਬਾਹੀ ਫਿਰ ਗਈ? ਨਹੀਂ, ਕੋਈ ਨਹੀਂ ਹੋਇਆ। ਕੋਈ ਨੁਕਸਾਨ ਨਹੀਂ ਹੋਇਆ? ਇੱਕ ਵਾਰੀ ਹੋਏ ਸੀ, ਉਹ ਪਿੱਤੇ ਵਾਲੇ ਟੀਕੇ ਰੁਕੇ, ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਹਾਲ ਦੱਸਿਆ, ਅਸੀਂ ਹਾਲ ਕੀਤਾ, ਲੇਕਿਨ ਸੈੱਟ ਹੋ ਗਿਆ ਸੀ ਸੈੱਟ। ਨੁਕਸਾਨ ਹੋਇਆ ਸੀ? ਹਾਂਜੀ, ਨੁਕਸਾਨ ਕੋਈ ਨਹੀਂ ਹੋਇਆ, ਸਿਰਫ ਉਹਦੇ ਜਿੱਥੇ ਟੀਕਾ ਲੱਗਾ ਨਾ ਉੱਥੇ ਥੋੜਾ ਜਿਹਾ ਰੋੜਾ ਬਣਿਆ ਸੀ, ਸੋਜ ਹੋਈ ਸੀ। ਉਹ ਟੀਕਾ ਨਹੀਂ ਆਣ ਬੰਦੇ ਨੇ ਲਾਇਆ ਸੀ ਤਾਂ ਕਰਕੇ ਉਹ ਮਸਲਾ ਬਣ ਗਿਆ ਸੀ। ਲੇਕਿਨ ਇਹ ਜਿਹੜੀ ਪਿੱਤੇ ਵਾਲੀ ਬਿਮਾਰੀ ਜਿਹਨੂੰ ਕਹਿ ਰਹੇ ਨੇ, ਉਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਇੰਟੈਰੋਟੈਕਸੀਮੀਆ। ETV ਵੀ ਆਪਾਂ ਕਹਿ ਦਿੰਦੇ ਸ਼ਾਰਟਕਟ ਦੇ ਵਿੱਚ, ETV ਜਾਂ ਇੰਟੈਰੋਟੈਕਸੀਮੀਆ। ਇਹ ਜਿਹੜੀ ਵੈਕਸੀਨ ਆ ਨਾ, ਇਹ ਬਹੁਤ ਜ਼ਰੂਰੀ ਆ। ਇਹਦਾ ਸਭ ਤੋਂ ਜਿਹੜਾ ਤਗੜਾ ਅਟੈਕ ਹੈ ਨਾ, ਉਹ ਭੇਡ ਦੇ ਉੱਤੇ ਹੁੰਦਾ, ਸ਼ੀਪਸ ਦੇ ਉੱਪਰ। ਠੀਕ ਆ, ਬੱਕਰੀ ਦੇ ਵੀ ਹੁੰਦਾ। ਇਹ ਕੋਸ਼ਿਸ਼ ਕਰੋ, ਜਿੱਦਾਂ ਹੁਣ ਆ ਮੌਸਮ ਆਇਆ, ਇਹ ਹੁਣ ETV ਦਾ ਤੁਸੀਂ ਇਹਦੇ ਵਿੱਚ ਹੁਣ ਵੈਕਸੀਨ ਕਰੋ, 2 ਦਫਾ ਕਰੋ। ਇੱਕ ਦਫਾ ਅੱਜ ਕੀਤੀ ਹੈ ਨਾ, 15 ਤੋਂ 20 ਦਿਨ ਤੋਂ ਬਾਅਦ ਇਹਨੂੰ ਰਿਪੀਟ ਕਰੋ, ਤਾਂ ਕਿ ਤੁਹਾਡੀ ਜਿਹੜੀ ਹੈ ਨਾ ਉਹ ਤੁਸੀਂ ਸੇਵ ਹੋ ਜਾਓ। 6 ਮਹੀਨੇ ਤੋਂ ਬਾਅਦ ਦੁਬਾਰਾ ਫਿਰ ਕਰੋ। ਇਹ ਬੜੀ ਖਤਰਨਾਕ ਬਿਮਾਰੀ ਆ, ਇੰਨੀ ਖਤਰਨਾਕ ਬਿਮਾਰੀ ਆ ਕਿ ਛੁਰੀ ਫਿਰਨ ਦਾ ਵੀ ਟਾਈਮ ਨਹੀਂ ਦਿੰਦੀ। ਅੱਲਾ ਨਾ ਕਰੇ ਅਗਰ ਕਿਸੇ ਜਗ੍ਹਾ ਤੇ ਆ ਜਾਵੇ ਨਾ, ਤੇ ਇਹ ਭੇਡ ਨੂੰ ਬਚਾਓ ਨਾ, ਜਿਹੜੀ ਬਿਮਾਰ ਹੋ ਗਈ ਉਹਨੂੰ ਸਾਈਡ ਤੇ ਕਰੋ, ਦੂਜੀਆਂ ਦਾ ਕੁਛ ਕਰੋ, ਇੰਨੀ ਖਤਰਨਾਕ ਬਿਮਾਰੀ ਹੈ। ਠੀਕ ਹੋ ਗਿਆ। ਅਗਰ ਹੁਣ ਇੱਦਾਂ ਤੁਹਾਡੀ ਕੋਈ ਜਾਨਵਰ ਕੋਈ ਬਿਮਾਰ ਹੋ ਜਾਵੇ ਤੇ ਡਾਕਟਰ ਨੂੰ ਤੁਸੀਂ ਸਾਦੇ ਆ ਜਾਂ ਆਪ ਹੀ ਮੈਨੇਜ ਕਰਦੇ ਸਾਰਾ? ਆਪ ਜੇ ਕਰਨ ਵਾਲਾ ਹੋਵੇ ਆਪ ਕਰ ਲੈਣੇ, ਡਾਕਟਰ ਬੁਲਾਉਣ ਵਾਲਾ ਹੋਵੇ ਡਾਕਟਰ ਬੁਲਾ ਲੈਣਾ। ਡਾਕਟਰ ਨੂੰ ਕਿਦਾਂ ਦੀ ਬਿਮਾਰੀ ਤੇ ਸਾਦੇ ਹੁੰਨੇ? ਡਾਕਟਰ ਨੂੰ ਜੀ ਜਦੋਂ ਭਾਰੂ ਬਸਲ ਕੈਮਰੇ ਲਈ ਦੇਖ ਕੇ ਗੱਲ ਐਕਸ ਹੋ ਜਾਂਦਾ ਵੀ ਕੋਈ ਚਾਂਸ ਨਹੀਂ ਹੁੰਦੇ, ਉਸ ਵਜ੍ਹਾ ਤੋਂ ਬੁਲਾਉਂਦੇ ਤਾਂ ਉਸ ਮੌਕੇ ਤੇ ਇਸ ਨੌਬਤ ਤੇ ਜਾਨਵਰ ਤੁਹਾਡਾ ਕਿਉਂ ਜਾਂਦਾ? ਜਦੋਂ ਕਿ ਸਾਨੂੰ ਸਮਝ ਨਹੀਂ ਲੱਗਦੀ, ਪਤਾ ਨਹੀਂ ਲੱਗਦਾ ਉਦੋਂ। ਅੱਛਾ, ਪਹਿਲੇ ਤੁਸੀਂ ਆਪ ਕਰਦੇ ਰਹਿੰਦੇ, ਨਹੀਂ ਪਤਾ ਲੱਗਦਾ, ਫਿਰ ਡਾਕਟਰ ਨੂੰ ਸਾਦੇ? ਫਿਰ ਡਾਕਟਰ। ਸਹੀ ਹੈ। ਤੇ ਮੋਬਾਈਲ, ਟੱਚ ਮੋਬਾਈਲ ਦੇ ਉੱਤੇ ਤੁਸੀਂ ਇੰਟਰਨੈਟ ਤੇ ਲੋਕਾਂ ਦੀਆਂ ਵੀਡੀਓ ਵਗੈਰਾ ਦੇਖਦੇ ਹੋਵੋ ਕਿ ਇਹ ਬੱਕਰੀ ਇਸ ਨਸਲ ਦੀ ਆ ਗਈ, ਆ ਇੰਨੇ ਲੱਖ ਦੀ ਆ ਗਈ, ਆ ਇੰਨੇ ਹਜ਼ਾਰ ਦੀ ਆ ਗਈ, ਇਹ ਮੋਬਾਈਲ ਦੇਖਦੇ ਕਿ ਨਹੀਂ? ਨਹੀਂ। ਇੰਟਰਨੈਟ ਨਾਲ ਕੋਈ ਰਾਬਤਾ ਨਹੀਂ ਤੁਹਾਡਾ? ਨਹੀਂ। ਮਲੰਗ ਲੋਕ ਆ? ਹਾਂਜੀ। ਸਹੀ ਹੋ ਗਿਆ, ਠੀਕ। ਅੱਛਾ, ਤੇ ਦੂਸਰੇ ਨੰਬਰ ਤੇ ਮੇਰਾ ਇਹ ਸਵਾਲ ਆ ਤੁਹਾਨੂੰ ਕਿ ਜਿਹੜੇ ਲੋਕ
ਵੱਡੇ ਵੱਡੇ ਤੁਸੀਂ ਹੁਣ ਇੰਟਰਨੈਟ ਦੇਖਦੇ ਨਹੀਂ, ਹੁਣ ਮੈਂ ਤੁਹਾਨੂੰ ਇਸ ਚੀਜ਼ ਦਾ ਆਈਡੀਆ ਹੀ ਨਹੀਂ ਹੋਣਾ ਨਾ, ਤੁਸੀਂ ਸ਼ਹਿਰੋਂ ਬਾਹਰ ਹੀ ਜਾ ਰਹੇ ਆ। ਸੁਣਿਆ ਤੇ ਹੋਏਗਾ ਤੁਸੀਂ ਕਿ ਲੋਕ ਬੜੀਆਂ ਬੜੀਆਂ ਮਹਿੰਗੀਆਂ ਬੱਕਰੀਆਂ ਵੇਚਦੇ ਨੇ, 2.5 ਲੱਖ ਦੀ, 3 ਲੱਖ ਦੀ, 5 ਲੱਖ ਦੀ, 10 ਲੱਖ ਤੱਕ, 15 ਲੱਖ ਤੱਕ। ਉਹ ਬੱਕਰੀਆਂ ਦੀ ਫਾਰਮਿੰਗ ਸਹੀ ਆ ਜਾਂ ਆ ਸਹੀ ਹੈ ਜੀ ਤੁਸੀਂ ਕਰ ਰਹੇ? ਦੋਵੇਂ ਠੀਕ ਆ, ਅਗਰ ਦੇਖਿਆ ਜਾਵੇ ਤਾਂ ਸਾਹਮਣੇ ਬਰਾਬਰ। ਹੁਣ ਅਗਰ ਤੁਹਾਡੇ ਕੋਲ ਇੱਕ 15 ਲੱਖ ਵਾਲੀ ਬੱਕਰੀ ਆ ਜਾਵੇ, ਉਹ ਬੱਚੇ ਦੇ ਦੇਵੇ, ਤੇ ਤੁਸੀਂ 15 ਲੱਖ ਵਾਲਾ ਗਾਹ ਕਿੱਥੋਂ ਲਵੋਗੇ ਉਹਦੇ ਬੱਚੇ ਵੇਚਣ ਨੂੰ? ਇਹ ਬਾਹਰੋਂ ਹੀ ਲੱਭਾਂਗੇ, ਹੋਰ ਇੱਥੇ ਬਾਹਰੋਂ। ਹੁਣ ਇੱਥੇ ਰੋਡ ਤੇ ਖੜੋ ਕੇ ਪੁੱਛੋਗੇ ਯਾਰ ਕਿੰਨੇ 15 ਲੱਖ ਦੀ ਬੱਕਰੀ ਲੈਣੀ? ਹਾਂਜੀ, ਨਹੀਂ ਲੱਭ ਜਾਂਦੇ ਅਕਸਰ ਹੀ, ਕੋਈ ਆਪਣੇ ਹੈਗੇ ਦੋਸਤ ਇੱਦਾਂ ਦੇ ਆ ਜਾਂਦੇ ਜਾਂਦੇ ਉਹਨਾਂ ਕੋਲ ਵਪਾਰੀ। ਸਹੀ ਹੋ ਗਿਆ। ਲੇਕਿਨ ਜ਼ਿਆਦਾ ਕੰਮ ਕਿਹੜੀ ਬੱਕਰੀ ਦਾ? ਜ਼ਿਆਦਾ ਕੰਮ ਵੱਡੀ ਦੇਸੀ ਦਾ, ਖੱਟੀ ਚੀਨੀ। ਆ ਜੀ ਤੁਹਾਡੇ ਕੋਲ ਹਾਂਜੀ, ਜਿਹੜੀ ਨਾਰਮਲ ਬੱਕਰੀ ਆ ਉਹਨੂੰ ਹੀ ਇਹ ਵੱਡੀ ਖੱਟੀ ਚੀਨੀ, ਮੱਖੀ ਚੀਨੀ ਕਹਿ ਰਹੇ ਨੇ, ਜਿਹੜੀ ਮਦਰਸੇ ਦੀ ਨਸਲ ਆਮ ਦੋਗਲੀ ਪਲੱਸ ਕਹਿ ਲਓ ਜਾਂ ਅੱਛੇ ਵਾਲੀ ਜਿਹੜੀ ਕਹਿ ਲਓ। ਮੈਂ ਤੁਹਾਨੂੰ ਦਿਖਾਉਣਾ, ਤੁਸੀਂ ਨਾਲ ਇਹਨਾਂ ਦੀਆਂ ਬੱਕਰੀਆਂ ਦੇਖ ਵੀ ਰਹੇ ਹੋ। ਦੂਸਰੇ ਨੰਬਰ ਦੇ ਉੱਤੇ ਤੁਸੀਂ ਚਰਾਈ ਵਾਸਤੇ ਜਦੋਂ ਲੈ ਕੇ ਆਉਂਦੇ ਆ, ਅੱਜ ਕੱਲ੍ਹ ਤਾਂ ਚਲੋ ਖੈਰ ਆ ਚਾਰਾ ਹੈ, ਜਾਨਵਰ ਵੀ ਟਾਈਮ ਨਾਲ ਰੱਜ ਜਾਂਦੇ ਆ। ਜਦੋਂ ਆ ਖਤਮ ਹੋ ਜਾਏਗੀ 10-15 ਦਿਨਾਂ ਬਾਅਦ, ਫਿਰ ਤੁਸੀਂ ਤੋਂ ਪਰ ਟਿੱਬਿਆਂ 'ਚ ਨਿਕਲ ਜਾਂਦੇ ਹੋ ਚੋਲਿਸਤਾਨ ਵਾਲੀ ਸਾਈਡ 'ਤੇ। ਉੱਥੇ ਤੁਸੀਂ ਬੱਕਰੀਆਂ ਨੂੰ ਕਿੰਨੀ ਦੇਰ ਚਰਾਉਂਦੇ ਹੋ, ਸਰਦੀ ਦੇ ਮੌਸਮ 'ਚ ਤੇ ਗਰਮੀ ਦੇ ਮੌਸਮ 'ਚ? ਕਿ ਹੁਣ ਗਰਮੀਆਂ ਵਿੱਚ ਤਾਂ ਦਿਨੇ 8 ਵਜੇ ਤੋਂ ਬਾਅਦ ਧੁੱਪੇ ਖੜੇ ਨਹੀਂ ਹੋਇਆ ਜਾਂਦਾ, ਤੇ ਉਦੋਂ ਤੁਸੀਂ ਬੱਕਰੀ ਦੀ ਚਰਾਈ ਨੂੰ ਕਿੰਨਾ ਟਾਈਮ ਦਿੰਦੇ ਹੋ, ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ? ਸਾਰਾ ਦਿਨ ਹੀ ਚਰਦੀਆਂ ਤਕਰੀਬਨ 8-9 ਵਜੇ ਕੱਢਦੀਆਂ, 10 ਵਜੇ, 5 ਵਜੇ, 4 ਵਜੇ ਕਰੇ। ਨਹੀਂ, ਗਰਮੀ ਦੇ ਮੌਸਮ 'ਚ? ਗਰਮੀ ਦੇ ਮੌਸਮ 'ਚ 7 ਵਜੇ ਕੱਢੀ ਦੀਆਂ ਤੇ 11 ਵਜੇ ਸ਼ਾਮ। 11 ਵਜੇ, ਫਿਰ 3-4 ਯਾਨੀ ਕਿ 7, 8, 9, 10, 11, 4 ਘੰਟੇ ਸਵੇਰ ਨੂੰ ਤੇ 4 ਸ਼ਾਮ ਨੂੰ। 4 ਸ਼ਾਮ ਨੂੰ। ਤੇ ਸਰਦੀਆਂ ਦੇ ਸਾਰਾ ਦਿਨ ਹੀ? ਸਾਰਾ ਦਿਨ ਹੀ 10-11 ਵਜੇ ਕੱਢੀ ਦੀਆਂ, ਕਿਉਂਕਿ ਜ਼ਿਆਦਾ ਸਰਦੀ ਹੁੰਦੀ, ਤੇ ਸ਼ਾਮ ਨੂੰ 4 ਵਜੇ 5 ਵਜੇ ਕਰ ਲੈ ਜੀ, ਟਾਈਮ ਨਾਲ ਰਜਾ ਕੇ। ਸਹੀ ਹੋ ਗਿਆ। ਇਹ ਚਰਾਈ ਲਈ ਪੂਰਾ ਟਾਈਮ ਦੇ ਰਹੇ ਨੇ, ਇੰਨਾ ਟਾਈਮ ਚਾਹੀਦਾ ਵੀ ਆ। ਜਿਹੜੀਆਂ ਬੱਕਰੀਆਂ ਇਹਨਾਂ ਦੇ ਕੋਲ ਹੈਗੀਆਂ ਨਾ, ਇੱਕ ਬੱਕਰੀ ਨੂੰ ਅਗਰ ਤੁਸੀਂ ਸਬਜ਼ ਚਾਰੇ 'ਤੇ ਪਾਲਦੇ ਹੋ ਤੇ ਤੁਹਾਨੂੰ ਇੱਕ ਬੱਕਰੀ 6 ਕਿਲੋ ਹਰਾ ਚਾਰਾ ਖਾਏਗੀ ਨਾ, ਤੇ ਫਿਰ ਉਹਦੀ ਸਮਝੋ ਰੱਜ ਗਈ ਆ। ਅਗਰ ਉਹਨੇ 6 ਕਿਲੋ ਵਜ਼ਨ ਨਹੀਂ ਖਾਧਾ ਹਰਾ, ਤੇ ਫਿਰ ਬੱਕਰੀ ਭੁੱਖੀ ਆ, ਤੇ ਤਕਰੀਬਨ 7-8 ਘੰਟੇ ਦੀ ਚਰਾਈ ਦੇ ਵਿੱਚ ਜਾਨਵਰ ਰੱਜ ਜਾਂਦਾ। ਜਿੱਦਾਂ ਅੱਜ ਕੱਲ੍ਹ ਆ ਤੇ ਮੈਂ ਕਹਿੰਦਾ 2 ਘੰਟਿਆਂ 'ਚ ਰੱਜ ਜਾਏਗੀ। ਅੱਛਾ, ਹੁਣ ਇੱਕ ਹੋਰ ਗੱਲ ਦੱਸੋ, ਤੁਹਾਡੀ ਬੱਕਰੀ ਜਿਹੜੇ ਬੱਚੇ ਦਿੰਦੀ ਆ, ਤੁਸੀਂ ਉਹਨਾਂ ਬੱਚਿਆਂ ਨੂੰ ਕਿੱਦਾਂ ਸਾਂਭਦੇ ਹੋ, ਦੁੱਧ ਕਿੱਦਾਂ ਪਿਲਾਉਂਦੇ ਹੋ, ਫਿਰ ਉਹਨਾਂ ਨੂੰ ਮਿੱਟੀ ਖਾਣ ਤੋਂ ਕਿਵੇਂ ਬਚਾਉਂਦੇ ਹੋ, ਉਹ ਕੀ ਤਰੀਕਾ ਤੁਹਾਡਾ? ਤਾੜੀ ਦੇ ਘਰ ਜਗ੍ਹਾ ਬਣਾਈ ਹੋਈ, ਤਾੜ ਕੇ ਦੁੱਧ ਚਗਾ ਕੇ ਤਾੜ ਦੀ ਦੇ ਫੌਰਨ ਖੁੱਲੇ, ਜ਼ਿਆਦਾ ਨਹੀਂ ਛੱਡੀ ਦੇ। ਜਦੋਂ ਤਕੜੇ ਹੋ ਜਾਂਦੇ ਪੱਠੇ ਖਾਣ ਵਾਲੇ, ਉਦੋਂ ਖੁੱਲੇ ਛੱਡੀ ਦੇ। ਦੁੱਧ ਦਰਮਿਆਨਾ ਪਾਉਣਾ, ਜਦੋਂ ਬਿਲਕੁਲ ਛੋਟਾ ਹੋਵੇ ਉਦੋਂ ਹਿਸਾਬ ਦਾ ਦੁੱਧ ਪਿਆਉਣਾ, ਨਾ ਜ਼ਿਆਦਾ ਪੀਵੇ, ਮੋਕ ਨਾ ਲੱਗੇ। ਬੜੀ ਜ਼ਬਰਦਸਤ ਗੱਲ ਆ, ਔਰ ਇਸ ਬੰਦੇ ਦੀ ਗਰੋਥ ਦੀ ਵਜ੍ਹਾ ਵੀ ਇਹ ਹੀ ਆ। ਅਗਰ ਅੱਜ ਇਸ ਬੰਦੇ ਨੇ ਇਹ ਗੱਲ ਕੀਤੀ ਨਾ, ਇਹਨੇ ਬੜੀ ਅੱਛੀ ਗੱਲ ਕੀਤੀ ਆ। ਇਹ ਮੇਰੀ ਵੀ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਫਾਰਮ ਦੀ, ਹੋਰਾਂ ਲੋਕਾਂ ਦੀ ਵੀ ਤੁਸੀਂ ਵੀਡੀਓ ਦੇਖਦੇ ਹੋ, ਉਹਦੇ ਵਿੱਚ ਬੱਚਿਆਂ ਦੇ ਉੱਤੇ ਮੇਨ ਫੋਕਸ ਕੀਤਾ ਜਾਂਦਾ। ਹਾਲਾਂਕਿ ਮੈਨੂੰ ਇੰਨੀ ਝਾਕ ਨਹੀਂ ਸੀ ਕਿ ਇਹਨਾਂ ਨੇ ਅਲੱਗ ਜਗ੍ਹਾ ਬਣਾਈ ਹੋਏਗੀ, ਮੈਂ ਇਹਨਾਂ ਦਾ ਵਾੜਾ ਨਹੀਂ ਦੇਖਿਆ ਜਾ ਕੇ। ਤੇ ਉਹ ਅੱਛਾ, ਤੁਹਾਡੇ ਜਿਹੜੇ ਬੱਚੇ ਨੇ ਜਦੋਂ ਤੁਸੀਂ ਛੱਡਦੇ ਹੋ ਨਾ, ਉਹ ਮਿੱਟੀ ਖਾ ਸਕਦੇ ਨੇ ਜਾਂ ਨਹੀਂ ਖਾ ਸਕਦੇ? ਜਿੱਥੇ ਤੁਸੀਂ ਰੱਖੇ ਹੋਏ ਨੇ ਖਾ ਸਕਦੇ ਨੇ, ਲੇਕਿਨ ਅਸੀਂ ਖੁੱਲੇ ਛੱਡੀ ਦੇ ਨਹੀਂ ਜ਼ਿਆਦਾਤਰ। ਨਹੀਂ, ਜਿੱਥੇ ਤੁਸੀਂ ਤਾੜੇ ਹੋਏ ਨੇ ਹਾਂਜੀ, ਉੱਥੇ ਮਿੱਟੀ ਨਹੀਂ ਖਾ ਸਕਦੇ? ਨਹੀਂ ਖਾ ਸਕਦੇ। ਕਿੰਨੀ ਦੇਰ ਤੱਕ ਉਹਨਾਂ ਨੂੰ ਤੁਸੀਂ ਉੱਥੇ ਕੁੰਜ ਕੇ ਰੱਖਣਾ ਕਿ ਮਿੱਟੀ ਨਾ ਖਾਣ? ਤਕਰੀਬਨ 2-2.5 ਘੰਟੇ, 3 ਘੰਟੇ ਸੁਬਹ। ਨਹੀਂ, ਤੇ ਤੁਸੀਂ ਦੁਪਹਿਰੇ ਛੱਡੋਗੇ ਤੇ ਦੁਪਹਿਰ ਦੇ ਟਾਈਮ ਮਿੱਟੀ ਖਾ ਜਾਏਗਾ। ਬੈਠੇ ਰਹਿੰਦੇ ਛਾਵੇਂ ਬੰਦੇ। ਨਹੀਂ, ਹੁਣ ਇੱਕ ਜਿਹੜਾ ਪੈਦਾ ਹੋਇਆ ਛੋਟਾ ਬੱਚਾ ਵਾ, ਉਹਨੇ ਕਮ ਸੇ ਕਮ ਉਹਨੂੰ ਤਾੜਿਆ ਹੁੰਦਾ, ਪੱਠੇ ਥੱਲੇ ਪਾ ਕੇ ਤੇ ਉਹਨੂੰ ਉੱਥੇ ਛੱਡਿਆ ਹੁੰਦਾ ਵੀ ਥੱਲੇ ਮੂੰਹ ਨਾ ਮਾਰੇ। ਅੱਛਾ, ਥੱਲੇ ਸੁੱਕੇ ਪੱਠੇ। ਕਿੰਨੀ ਉਮਰ ਹੋ ਜਾਏਗੀ? 1 ਮਹੀਨੇ ਦਾ, 2 ਮਹੀਨੇ ਤੱਕ ਉਹਨੂੰ ਤਾੜ ਦੇ? 1 ਮਹੀਨੇ ਤੱਕ। 1 ਮਹੀਨੇ ਤੋਂ ਬਾਅਦ ਮਿੱਟੀ ਨਹੀਂ ਖਾਂਦਾ? ਨਹੀਂ ਖਾਂਦਾ। ਤੇ ਪੇਟ ਖਾਵੇ ਵੀ ਸਹੀ, ਤੇ ਉਹਨੂੰ ਨਮਕ, ਲੂਣ ਤੇ ਤੇਲ ਤੇ ਨਮਕ ਦੇਈਦਾ ਰਲਾ ਕੇ। ਹਾਂ, ਆ ਵੀ ਬਹੁਤ ਅੱਛੀ ਚੀਜ਼ ਹੈ। ਅਸੀਂ ਵੀ ਦਿੰਦੇ ਹਾਂ ਤੇਲ, ਲੇਕਿਨ ਅਸੀਂ ਨਮਕ ਨਹੀਂ ਵਿੱਚ ਪਾਈਦਾ। ਅਸੀਂ ਸਰੋਂ ਦਾ ਤੇਲ ਜਿਹੜਾ ਨਾ, ਜਿਹੜੇ ਸਾਡੇ ਬੱਚੇ ਅਗਸਤ ਵਿੱਚ ਪੈਦਾ ਹੋਏ ਸੀਗੇ, ਉਹਨਾਂ ਨੂੰ ਅਸੀਂ ਹਰ ਤੀਸਰੇ-ਚੌਥੇ ਦਿਨ ਤਕਰੀਬਨ ਅਸੀਂ ਉਹਨਾਂ ਨੂੰ ਸਰੋਂ ਦਾ ਤੇਲ 5 cc ਫੀ ਬੱਚਾ ਦੇ ਦਈਦਾ, ਕਦੀ 6 cc ਵੀ ਦੇ ਦਈਦਾ। ਇਹ ਬੜੀ ਅੱਛੀ ਚੀਜ਼ ਆ। ਅਗਰ ਮਿੱਟੀ ਨੂੰ ਮੂੰਹ ਮਾਰਿਆ ਵੀ ਹੋਏਗਾ, ਨਿਕਲ ਜਾਏਗੀ, ਆਂਦਰਾਂ ਉਹਦੀਆਂ ਨਰਮ ਹੋ ਜਾਂਦੀਆਂ ਨੇ। ਅੱਛੀ ਗੱਲ ਆ, ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਸਾਂਭ ਰਹੇ ਨੇ। ਭੇਡ ਦਾ ਲੀਲਾ ਸਾਂਭਣਾ ਸੌਖਾ ਜਾਂ ਬੱਕਰੀ ਦਾ? ਭੇਡ ਦਾ। ਉਹ ਮਿੱਟੀ ਨਹੀਂ ਖਾਂਦਾ? ਮਿੱਟੀ ਵੀ ਖਾਂਦਾ, ਲੇਕਿਨ ਉਹਨੂੰ ਇਹਨਾਂ ਸਾਂਭਣਾ ਨਹੀਂ ਪੈਂਦਾ, ਸਰਦੀ ਤੋਂ ਨਹੀਂ ਬਚਾਉਣਾ ਪੈਂਦਾ, ਖੁੱਲੇ ਫਿਰਦਾ ਰਹੇ, ਕੋਈ ਮਸਲਾ ਨਹੀਂ। ਗੁੱਡ ਹੋ ਗਿਆ। ਤੇ ਸਰਦੀ 'ਚ ਜਦੋਂ ਬੱਕਰੀਆਂ ਤੁਹਾਡੀਆਂ ਸੂੰਦੀਆਂ, ਉਦੋਂ ਕੀ ਕਰਦੇ ਆ?
ਉਦੋਂ ਬੱਚਿਆਂ ਨਾਲ ਕੀ ਕਰਦੇ? ਉਦੋਂ ਜੀ ਟੋਕਰਿਆਂ ਦੇ ਥੱਲੇ ਚੰਗੀ ਤਰ੍ਹਾਂ ਬਹੁਤ ਅੱਛੇ ਤਰੀਕੇ ਨਾਲ ਸਾਂਭਦੇ ਉਹਨਾਂ ਨੂੰ, ਕੁੰਝਦੇ ਆ, ਛਾਪਰ ਪਾਈਦੇ, ਕੱਪੜੇ ਪਾਈਦੇ ਸਰਦੀ ਤੋਂ ਬਚਾਉਣ ਵਾਸਤੇ। ਸੁਣ ਲਓ, ਬੰਦੇ ਦੀਆਂ ਗੱਲਾਂ ਬੜੀਆਂ ਹੀ ਕੰਮ ਦੀਆਂ। ਬੰਦਾ ਅਗਰ ਇੱਥੋਂ ਤੱਕ ਆਇਆ ਨਾ ਇੱਕ ਬੱਕਰੀ ਤੋਂ, ਉਹ ਐਵੇਂ ਨਹੀਂ ਆਇਆ। ਹਾਲਾਂਕਿ ਨਾਨ ਐਜੂਕੇਸ਼ਨ, ਪੜ੍ਹਿਆ ਲਿਖਿਆ ਤਾਂ ਨਹੀਂ ਤੂੰ ਨਾ, ਨਹੀਂ ਕੋਈ ਤਲੀਮ ਨਹੀਂ, ਔਰ ਇਹਦੇ ਪਿਓ ਦੀ ਵੀ ਕੋਈ ਤਲੀਮ ਨਹੀਂ, ਇਹਦੀ ਮਾਂ ਦੀ ਵੀ ਕੋਈ ਤਲੀਮ ਨਹੀਂ, ਇਹਨਾਂ ਦੇ ਪੂਰੇ ਖਾਨਦਾਨ 'ਚ ਕੋਈ ਨਹੀਂ ਪੜ੍ਹਿਆ ਹੋਇਆ। ਇਹ ਮੇਰਾ ਭਾਈ ਪੜ੍ਹਿਆ ਹੋਇਆ 5 ਕਲਾਸਾਂ ਪੜ੍ਹਿਆ, ਫਿਰ 5 ਤੋਂ ਬਾਅਦ ਉਹਨੇ ਕੋਈ ਛੱਡਤਾ? 5 ਤੋਂ ਬਾਅਦ ਅੱਗੇ ਨਹੀਂ, ਕੰਮ ਨਹੀਂ ਚੱਲਦਾ ਸੀ ਫਿਰ ਇਸ ਵਜ੍ਹਾ ਤੋਂ। ਅੱਛਾ, ਉਹਨੂੰ ਘਰ ਦਾ ਨਿਜ਼ਾਮ ਨਹੀਂ ਸੀ ਚੱਲਦਾ। ਸਹੀ ਹੈ, ਲੇਕਿਨ ਓਵਰਆਲ ਇਹਨਾਂ ਦੇ ਖਾਨਦਾਨ ਦੇ ਵਿੱਚ ਕੋਈ ਬੰਦਾ ਪੜ੍ਹਿਆ ਹੋਇਆ ਨਹੀਂ, ਮੈਂ ਇਹਨਾਂ ਨੂੰ ਬੜੀ ਅੱਛੀ ਤਰ੍ਹਾਂ ਜਾਣਦਾ। ਅਤੇ ਤੇਰਾ ਅੱਬੂ ਕੀ ਕਰਦਾ? ਵਾਈ ਦਾ। ਅੱਛਾ, ਉਹ ਵਾਈ ਦਾ ਕਰਦਾ। ਅਤੇ ਉਹ ਵਾਈ ਦਾ ਜਿਹੜੇ ਘਾਟੇ ਪੈਂਦੇ ਸਾਲ ਬਾਅਦ, ਉਹ ਤੂੰ ਪੂਰੇ ਕਰਨੇ ਇੱਥੋਂ? ਨਹੀਂ ਜੀ, ਉੱਥੋਂ ਉਹਨਾਂ ਨੇ ਉਹ ਹਿੱਸੇ ਤੇ ਹੋਣੇ ਨਾ। ਹਾਂਜੀ, ਅੱਛਾ, ਉਹ ਹਿੱਸੇ ਦੇ ਕਰ ਰਹੇ, ਮਜ਼ਦੂਰੀ ਕਰ ਰਹੇ। ਠੀਕ ਹੋ ਗਿਆ। ਅਤੇ ਇਹ ਸਾਰੀ ਗੱਲਬਾਤ ਇਹਨਾਂ ਨਾਲ ਤੁਸੀਂ ਸੁਣੀ। ਇਹਨਾਂ ਦੀ ਅਸਲ ਮੇਨ ਜਿਹੜੀ ਚੀਜ਼ ਆ, ਉਹ ਬੱਕਰੀਆਂ ਦੇ ਬੱਚੇ ਪਾਲਣੇ ਆ। ਭੇਡ ਦੇ ਬੱਚੇ ਦਾ ਉਹਨਾਂ ਨੇ ਦੱਸਿਆ ਕਿ ਸੌਖਾ ਹੁੰਦਾ, ਇਹਦੇ 'ਤੇ ਸਵਾਟਰ ਚੜ੍ਹਿਆ ਹੁੰਦਾ। ਅਗਰ ਸਰਦੀ ਹੋਵੇ ਤੇ ਉਹ ਕੁੱਤਾ ਵੀ ਗਰਮ ਨੇ, ਇਹ ਆਪ ਵੀ ਗਰਮ ਨੇ। ਹਾਂਜੀ, ਔਰ ਥੋੜਾ ਚੀੜਾ ਵੀ ਹੁੰਦਾ। ਹਾਂਜੀ। ਤੇ ਬਾਕੀ ਸਰਦੀ ਦੇ ਵੀ ਉਹਨਾਂ ਨੇ ਦੱਸਤਾ ਕਿ ਕਿੰਨਾ ਜ਼ਿਆਦਾ ਮਹਿਫੂਜ਼ ਤਰੀਕੇ ਨਾਲ ਬੱਚਾ ਰੱਖਿਆ ਜਾਂਦਾ। ਐਕਸਪੀਰੀਅੰਸ ਦੇ ਉੱਪਰ ਗੱਲ ਹੋ ਰਹੀ ਆ। ਹਾਲਾਂਕਿ ਦੇਸੀ ਮਾਹੌਲ ਆ ਬੰਦੇ ਦਾ ਬਿਲਕੁਲ, ਲੇਕਿਨ ਤਜਰਬਾ ਔਰ ਬੱਕਰੀ ਦੀ ਕੇਅਰ ਬਹੁਤ ਅੱਛੀ ਆ। ਅੱਛਾ, ਅਗਰ ਕੋਈ ਮਸਲਾ ਮਸਾਲਾ ਬੱਕਰੀ ਨੂੰ ਬਣ ਗਿਆ ਜੀ, ਇਹ ਦੂਜਾ ਇਹ ਦੱਸੋ, ਪੇਟ ਦੀਆਂ ਕੀੜੇ ਦੀ ਦਵਾਈ ਸ਼ੋਈ ਵੀ ਦਿੰਦੇ ਹੋ? ਹਾਂਜੀ, ਦੇਈਦੇ ਆ। ਕਿੰਨੀ ਦੇਰ ਬਾਅਦ? 6 ਮਹੀਨੇ ਬਾਅਦ।